ਆਪਾਂ ਸੁਣਦੇ ਹਾਂ ਬਾਅਦ ਵਿੱਚ ਇਹਨਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। हम मैले तुम उज्जल करते, हम निर्गुण तू दाता। हम मूरख तुम चतुर सियाणे, तू सर्ब कला का ज्ञाता। माधव हम ऐसे तू ऐसा, हम पापी तुम पाप खंडन। नीको ठाकुर देसा, डंडौत बंदन अनक बार। सर्ब कला समरथ, डोलन ते राखो प्रभु। नानक दे कर हाथ, पतित पावन भगत वशल, किरपा दे निधान दीन अते दुनिया दे मालक, धन धन श्री गुरु ग्रंथ साहिब महाराज सच्चे पातशाह जियां दी पावन अते पवित्र हजूरी अंदर जुड़ मिल कर बैठी हुई गुरु खालसा साध संगत जी। सतगुरु साहिब सच्चे पातशाह जियां दी बख्शिश रहमत दा सदका कौम दे महान शहीद सरदार शाम सिंह जी अटारी वाले तिन्हां दे शहीदी जोड़ मेले नूं समर्पित हो करके आप संगतां 1 फरवरी तो श्री गुरु ग्रंथ साहिब महाराज सच्चे पातशाह जी दियाँ खुशियाँ प्राप्त कर रहे। सतगुरु जी ने बख्शिश की 10 रोज़ा दीवान आप संगतां ते मेहर करके बख्शना कीते हन। गरीब नवाज सच्चे पातशाह जियां दी कृपा सदका आप संगतां हाजरियां भर के लाभ प्राप्त कर रहे। सो साध संगत जी, बड़े सत्कारयोग ज्ञानी रतन सिंह जी बड़े प्यार दे नाल सतगुरु गुरु ग्रंथ साहिब महाराज जियां दी रब्बी बाणी दी विचार आप संगतां नूं सरवण करा रहे सन। ते अखीर विच उन्होंने शब्द धन श्री गुरु ग्रंथ साहिब महाराज जी दी पवित्र बाणी दी वडियाई करदियां होयां कहे। आओ साध संगत जी आपां भी थोड़ा समा सतगुरु जी की बाणी दी गुर इतिहास की गुरमत विचार सरवण करके अपने जीवन को सफल बनाना करिए। सारी संगत मन बिरती एकाग्र करो, प्यार सत्कार सहित फतेह बुलाओ। आखो जी वाहिगुरू जी का खालसा, वाहिगुरू जी की फतेह। सन्मानयोग साध संगत जी, संसार दे विच 2 चीज़ां दा बड़ा सुमेल है। बहुत ज़्यादा शब्द ऐसे पढ़ोगे जां ऐसियां चीज़ां वेखोगे जिथे दूं दा सुमेल होवेगा। दुख सुख हरख सोग इत्यादि कई शब्द ने जड़े दूं दा सुमेल ने, ते कई चीज़ां ने जड़ियां दूं दियां सुमेल ने। इथों तक साध संगत जी, वाहिगुरू अकाल पुरख परमात्मा ने जदों सृष्टि रची उन्हें भी 2 रूप धारण किए। तुसीं कहोगे वो किहड़े? गुरु ग्रंथ साहिब महाराज सच्चे पातशाह जियां दी पवित्र गुरबाणी विच बचन निर्गुण सरगुण निरंकार सुन समाधि आप। जिथे उहदा निर्गुण स्वरूप है, निराकार है, जिथे परमेश्वर
ਉੱਥੇ ਵਾਹਿਗੁਰੂ ਪਰਮੇਸ਼ਰ ਜੀ ਨੇ ਸਰਗੁਣ ਸਰੂਪ ਧਾਰਨ ਕੀਤਾ। ਉਹਦੇ ਵੀ ਦੋ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਦੋਹਾਂ ਦਾ ਸੁਮੇਲ ਬਹੁਤ ਜ਼ਿਆਦਾ, ਤੇ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਸਾਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਦੋ ਸਰੂਪ ਦਿੱਤੇ, ਦੋਹਾਂ ਦਾ ਸੁਮੇਲ ਕੀਤਾ। ਉਹ ਕੀ ਕੀਤਾ? ਇੱਕ ਬਾਣਾ ਤੇ ਇੱਕ ਬਾਣੀ। ਜਿੱਥੇ ਬਾਣਾ ਹੈ ਨਾਲ ਬਾਣੀ ਹੈ। ਤੇ ਸਾਧ ਸੰਗਤ ਜੀ ਇੱਕ ਧਿਆਨ ਵਿੱਚ ਗੱਲ ਰੱਖਿਓ, ਪਹਿਲਾਂ ਬਾਣੀ ਹੈ ਤੇ ਬਾਅਦ ਵਿੱਚ ਬਾਣਾ, ਬਾਣੀ ਤੇ ਬਾਣਾ। ਤੇ ਸਾਧ ਸੰਗਤ ਜੀ ਇਹਨਾਂ ਸ਼ਬਦਾਂ ਦੀ ਵਿਚਾਰ ਹੀ ਦਾਸ ਆਪ ਜੀ ਨਾਲ ਕਰੇਗਾ। ਵੇਖੋ, ਪਹਿਲਾਂ ਆਪਾਂ ਬਾਣੇ ਦੀ ਵਿਚਾਰ ਕਰੀਏ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ 5 ਕਕਾਰੀ ਵਰਦੀ ਜਿਹੜੀ ਹੈ, ਇਹ ਬਾਣਾ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਇਹ ਸਾਨੂੰ ਰਹਿਤ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਦਰਸਾਈ। ਤੇ ਭਾਈ ਨੰਦ ਲਾਲ ਜੀ ਨੇ ਇੱਕ ਰਹਿਤਨਾਮਾ ਲਿਖਿਆ, ਰਹਿਤ ਸਿੱਖੀ ਰਹਿਤ। ਉਹ ਲਫ਼ਜ਼ ਫਾਰਸੀ ਦੇ ਨੇ। ਉਹਦੇ ਵਿੱਚ ਉਹਨਾਂ ਨੇ ਦੱਸਣਾ ਕੀਤਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਸਿੱਖ ਨੇ ਧਾਰਨ ਕਰਨੀਆਂ ਨੇ। ਉਹਨਾਂ ਨੇ ਬੜੇ ਪ੍ਰੇਮ ਨਾਲ ਲਿਖਿਆ, ਕਹਿੰਦੇ ਸਿੱਖੀ ਦੀ ਰਹਿਤ 5 ਕੱਕਿਆਂ ਦਾ ਸੁਮੇਲ ਹੈ। 5 ਕੱਕੇ ਈ ਸਿੱਖੀ ਹਰੂਫ 5 ਕਾਫ। ਇਹਦਾ ਅਰਥ ਹੈ ਸਿੱਖੀ ਇਹ ਹੈ ਜਿਹੜਾ 5 ਕੱਕਿਆਂ ਦਾ ਧਾਰਨੀ ਉਹ ਸਿੱਖ ਹੈ। 5 ਕਾਫ। ਤੇ ਅਗਲੇ ਸ਼ਬਦ ਨੇ ਕਹਿੰਦੇ ਇਹ 5 ਜਿਹੜੇ ਨੇ ਕਿਸੇ ਨੂੰ ਮਾਫ ਨਹੀਂ, ਇੱਕ ਵੀ ਮਾਫ ਨਹੀਂ ਇਹਨਾਂ ਚੋਂ, 5 ਚਾਹੀਦੇ ਨੇ। ਇਹ ਸਿੱਖੀ ਹਰੂਫ 5 ਕਾਫ। ਤੇ ਅੱਗੇ ਕਹਿੰਦੇ ਹਰਗਿਜ਼ ਨਾ ਮਾਫ। ਹਰਗਿਜ਼ ਮਾਨੇ ਕਦੇ ਵੀ ਇਹ ਮਾਫ ਨਹੀਂ, ਇੱਕ ਵੀ ਇਹਨਾਂ ਚੋਂ। ਤੇ ਅੱਗੇ ਲਿਖਿਆ, ਕਹਿੰਦੇ ਕੱਛ ਕਸ਼ਹਿਰਾ ਜਿਹਨੂੰ ਕਹਿੰਦੇ, ਕੜਾ ਲੋਵੇ ਦਾ। ਸਾਧ ਸੰਗਤ ਜੀ ਨਾ ਤੇ ਚਾਂਦੀ ਦਾ ਲਿਖਿਆ ਨਾ ਸੋਨੇ ਦਾ ਲਿਖਿਆ। ਲੋਵੇ ਦਾ ਕੜਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਕਹਿੰਦੇ ਕੱਛ ਕੜਾ ਕਾਰਦੋ। ਕਾਰਦੋ ਮਾਨੇ ਕਿਰਪਾਨ। ਕੰਗਾ ਬਿਦਾ। ਬਿਦਾ ਮਾਨੇ ਇਹਨਾਂ ਚੌਂ ਤੋਂ ਬਿਨਾ। ਇੱਕ ਹੋਰ ਵੀ ਹੈ, ਕਹਿੰਦੇ ਕੱਛ ਕੜਾ ਕਾਰਦੋ ਕੰਗਾ ਬਿਦਾ। ਬਿਲਾ ਕੇਸ ਹੇਚ ਅਸਤ ਜੁਮਲਹ ਨਿਸਾਂ। ਇਹਦਾ ਅਰਥ ਹੈ ਬਿਲਾ ਮਾਨੇ ਹੁੰਦਾ ਚਲੇ ਜਾਣਾ। ਇਹਦਾ ਅਰਥ ਇਹ ਕਰਾਂਗੇ ਜਿਹਦੇ ਕੋਲ ਕੇਸ ਨਹੀਂ, ਜੇ ਉਹਦੇ ਕੋਲ 4 ਨੇ ਤੇ ਫਿਰ ਉਹ ਪ੍ਰਵਾਨ ਨਹੀਂ। ਜਿਹਦੇ ਕੋਲ ਕੇਸ ਨਹੀਂ, ਮੈਨੂੰ ਮਾਫ ਕਰਿਓ ਸਾਧ ਸੰਗਤ ਜੀ, ਅੱਜ ਅਸੀਂ 5 ਕਕਾਰ ਧਾਰਨ ਕਰਕੇ ਵੀ ਜਦੋਂ ਕੇਸਾਂ ਦੀ ਬੇਅਦਬੀ ਕਰਦੇ ਹਾਂ ਤੇ ਸੋਚਦੇ ਹਾਂ ਅਸੀਂ ਸਿੱਖ ਹਾਂ ਬੜੇ ਵੱਡੇ। ਪਰ ਸੱਚੇ ਪਾਤਸ਼ਾਹ ਜੀਆਂ ਨੇ ਰਹਿਤ ਵਿੱਚ ਨਹੀਂ ਲਿਖਿਆ। ਭਾਈ ਨੰਦ ਲਾਲ ਜੀ ਕਹਿੰਦੇ ਬਿਨਾਂ ਕੇਸਾਂ ਤੋਂ ਜਿਨੇ ਇਹ 4 ਧਾਰਨ ਕੀਤੇ ਉਹ ਸਿੱਖ ਨਹੀਂ। ਬਿਲਾ ਕੇਸ ਹੇਚ ਅਸਤ ਚੁਮਲਹ ਨਿਸ਼ਾਨ। ਕਹਿੰਦੇ ਇਹ 4 ਨਿਸ਼ਾਨ ਜਿਹੜੇ ਨੇ ਕੇਸਾਂ ਤੋਂ ਬਗੈਰ ਜਿਹੜੇ ਨੇ ਉਹ ਪ੍ਰਵਾਨ ਨਹੀਂ। ਤੇ ਬਿਲਾ ਦਾ ਅਰਥ ਹੁੰਦਾ ਬਿਨਾ, ਜਾਂ ਬਿਲਾ ਦਾ ਅਰਥ ਹੁੰਦਾ ਜਿਹਦੇ ਕੋਲ ਕੇਸ ਨਹੀਂ। ਤੁਸੀਂ ਇੱਕ ਸ਼ਬਦ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇੱਕ ਰਾਗ ਪੜ੍ਹਦੇ ਆ, ਰਾਗ ਦਾ ਨਾਂ, ਉਹ ਰਾਗ ਦਾ ਨਾਂ ਆ ਬਿਲਾਵਲ। ਬਿਲਾਵਲ ਦੇ ਵਿਦਵਾਨਾਂ ਨੇ ਅਰਥ ਕੀਤੇ। ਉਹ ਕਹਿੰਦੇ ਬਿਲਾਵਲ ਪੜ੍ਹਨ ਵਾਲੇ ਦੇ ਅੰਦਰ ਬੜੀ ਖੁਸ਼ੀ ਪ੍ਰਾਪਤ ਹੁੰਦੀ। ਬਿਲਾਵਲ ਪੜ੍ਹਨ ਵਾਲੇ ਨੂੰ ਪਤਾ ਕਿਉਂ ਖੁਸ਼ੀ ਪ੍ਰਾਪਤ ਹੁੰਦੀ ਹੈ? ਕਹਿੰਦੇ ਬਿਲਾਵਲ ਜਿਹੜਾ ਪੜ੍ਹਦਾ ਉਹਦੇ ਅੰਦਰੋਂ ਵਲ ਛਲ ਨਿਕਲ ਜਾਂਦੇ ਨੇ। ਤੁਸੀਂ ਇਹ ਸ਼ਬਦ ਵੀ ਪੜ੍ਹਦੇ ਹੋ। ਬਿਲਾਵਲ ਰਾਗ ਵਿੱਚ ਹੀ ਸੱਚੇ ਪਾਤਸ਼ਾਹ ਜੀ ਨੇ ਕਈ ਐਸੇ ਸ਼ਬਦ ਲਿਖੇ ਨੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੰਤਰ ਮੰਤਰ ਜਿਹੜੇ ਨੇ ਨਾ, ਤੰਤਰ ਮੰਤਰ, ਇਹ ਸਿੱਖ ਨੂੰ ਮੋਹ ਨਹੀਂ ਸਕਦੇ। ਸਿੱਖ ਨੂੰ ਇਹਨਾਂ ਦਾ ਰੰਚਕ ਮਾਤਰ ਵੀ ਅਸਰ ਨਹੀਂ ਹੁੰਦਾ। ਪਤਾ ਕਿਉਂ ਨਹੀਂ ਹੁੰਦਾ? ਤੰਤ ਮੰਤ ਨਾ ਜੋ ਹੈ ਤਿਤ ਚਾਖ ਨਾ ਲਾਗੈ। ਕਿਹਨੂੰ ਨਹੀਂ ਲੱਗਦਾ? ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਵਸਿਆ ਹੋਇਆ। ਤੇ ਮੈਂ ਅਰਥ ਕਰ ਰਿਹਾ ਬਿਲਾਵਲ ਦੇ। ਬਿਲਾ ਦਾ ਅਰਥ ਹੁੰਦਾ ਇਹ ਨਾ, ਇੱਧਰ ਦਾ ਮਾਲਵੇ ਦਾ ਸ਼ਬਦ ਹੈ। ਮਾਲਵੇ ਵਿੱਚ ਕਈ ਥਾਵਾਂ ਤੇ ਸ਼ਬਦ ਵਰਤਿਆ ਜਾਂਦਾ ਕਿ ਫਲਾਨਾ ਆਇਆ ਸੀ ਬਿਲਾ ਕਰ ਗਿਆ। ਬਿਲਾ ਕਰ ਗਿਆ ਮਾਨੇ ਚਲਿਆ ਗਿਆ। ਤੇ ਸਾਧ ਸੰਗਤ ਜੀ ਬਿਲਾ ਦਾ ਅਰਥ ਆ ਚਲੇ ਜਾਣਾ।
ਤੇ ਵਲ ਦਾ ਅਰਥ ਆ ਵਲ ਛਲ। ਜਿਹਦੇ ਅੰਦਰੋਂ ਵਲ ਛਲ ਨਿਕਲ ਗਏ ਉਹਦੇ ਅੰਦਰ ਖੁਸ਼ੀ ਆਵੇਗੀ, ਉਹਦੇ ਅੰਦਰ ਬਿਲਾਵਲ ਪ੍ਰਗਟ ਹੋਵੇਗਾ। ਤੇ ਭਾਈ ਨੰਦ ਲਾਲ ਜੀ ਨੇ ਲਿਖਿਆ, ਕਹਿੰਦੇ ਬਿਲਾ ਕੇਸ ਹੇਚ ਅਸਤ ਜੁਮਲਹ ਨਿਸਾ। ਇਹ 5 ਨਿਸ਼ਾਨੀਆਂ ਨੇ, ਜੇ ਕੇਸ ਨਹੀਂ ਤੇ ਫਿਰ ਉਹ 4 ਵੀ ਤੇਰੇ ਚਲੇ ਗਏ, ਉਹ ਵੀ ਪ੍ਰਵਾਨ ਨਹੀਂ। ਇਹ ਬਾਹਰ ਦੀ ਰਹਿਤ ਸਤਿਗੁਰੂ ਜੀ ਨੇ ਬਾਣਾ ਦਿੱਤਾ ਹੈ ਸਾਨੂੰ। ਤੇ ਸਾਧ ਸੰਗਤ ਜੀ, ਮੈਂ ਬੇਨਤੀ ਕਰਾਂ, ਜਿੱਥੇ ਬਾਣਾ ਦਿੱਤਾ ਹੈ ਨਾ, ਉੱਥੇ ਨਾਲ ਸੱਚੇ ਪਾਤਸ਼ਾਹ ਜੀਆਂ ਨੇ ਸਾਨੂੰ ਬਾਣੀ ਦਿੱਤੀ। ਬਾਣੀ ਤੇ ਬਾਣਾ ਦੋਵਾਂ ਦਾ ਸੁਮੇਲ ਹੈ ਸਾਧ ਸੰਗਤ ਜੀ। ਜੇ ਕੋਲ ਬਾਣੀ ਨਹੀਂ ਤੇ ਬਾਣਾ ਜਿਹੜਾ ਹੈ ਉਹ ਨਿਰਾਰਥਕ ਹੈ। ਠੀਕ ਹੈ, ਦੂਰੋਂ ਵੇਖਣ ਵਿੱਚ ਉਹ ਸਿੱਖ ਲੱਗਦਾ, ਪਰ ਅੰਦਰੋਂ ਖਾਲੀ ਹੈ। ਮਹਾਰਾਜਾ ਰਣਜੀਤ ਸਿੰਘ ਇੱਕ ਸੇਵਾਪੰਥੀ ਸਾਧੂ ਹੋਏ, ਭਾਈ ਦੁੱਖ ਭੰਜਨ ਜੀ। ਉਹਨਾਂ ਦੇ ਕੋਲ ਮਹਾਰਾਜਾ ਰਣਜੀਤ ਸਿੰਘ ਜੀ ਗਏ ਤੇ ਜਾ ਕੇ ਬੈਠੇ। ਮਹਾਂਪੁਰਖਾਂ ਨੇ ਸਤਿਕਾਰ ਕੀਤਾ, ਬੜੇ ਸਨਮਾਨ ਨਾਲ ਬਿਠਾਇਆ ਤੇ ਬਚਨ ਚਲਦਿਆਂ ਚਲਦਿਆਂ ਮਹਾਂਪੁਰਖਾਂ ਨੇ ਬਚਨ ਕੀਤਾ ਕਿ ਮਹਾਰਾਜਾ ਸਾਹਿਬ ਕਿੰਨੀ ਗੁਰਬਾਣੀ ਕੰਠ ਕੀਤੀ ਹੈ, ਕਿਹੜੀ ਕਿਹੜੀ ਬਾਣੀ ਪੜ੍ਹਦੇ ਹੋ। ਸਾਧ ਸੰਗਤ ਜੀ, ਇਤਿਹਾਸ ਵਿੱਚ ਇਹ ਗੱਲ ਦਰਜ ਹੈ। ਮਹਾਰਾਜਾ ਸਾਹਿਬ ਅੱਗੋਂ ਕਹਿੰਦੇ ਨੇ ਕਿ ਮੈਂ ਪੜ੍ਹਿਆ ਨਹੀਂ, ਮੈਨੂੰ ਗੁਰਬਾਣੀ ਨਹੀਂ ਪੜ੍ਹਨੀ ਆਉਂਦੀ। ਤੇ ਸਾਧ ਸੰਗਤ ਜੀ, ਮੈਨੂੰ ਮਾਫ ਕਰਿਓ, ਇਹ ਸਾਡਾ ਵੀ ਇਹ ਜਵਾਬ ਹੁੰਦਾ ਹੈ। ਅਸੀਂ ਕਹਿੰਦੇ ਹਾਂ ਅਸੀਂ ਪੜ੍ਹੇ ਨਹੀਂ, ਸਾਨੂੰ ਗੁਰਬਾਣੀ ਨਹੀਂ ਪੜ੍ਹਨੀ ਆਉਂਦੀ। ਸਾਧ ਸੰਗਤ ਜੀ, ਹੁਣ ਤੁਸੀਂ ਇਹ ਗੱਲ ਮਹਾਰਾਜਾ ਰਣਜੀਤ ਸਿੰਘ ਦੀ ਸੁਣ ਕੇ ਤੇ ਆਪਣੇ ਅੰਦਰ ਵਸਾਉਣ ਦਾ ਯਤਨ ਕਰਿਓ। ਉਹ ਮਹਾਰਾਜਾ ਰਣਜੀਤ ਸਿੰਘ, ਭਾਈ ਦੁੱਖ ਭੰਜਨ ਜੀ ਨੇ ਪੁੱਛ ਲਿਆ, ਕਿੰਨੀ ਗੁਰਬਾਣੀ ਕੰਠ ਹੈ, ਕੀ ਪੜ੍ਹਦੇ ਹੁੰਦੇ ਹੋ, ਕਿਹੜੀ ਬਾਣੀ ਪੜ੍ਹਦੇ ਹੋ। ਮੈਂ ਪੜ੍ਹਿਆ ਨਹੀਂ, ਮੈਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ। ਤੇ ਮਹਾਂਪੁਰਖ ਜਲਾਲ ਵਿੱਚ ਆ ਗਏ, ਰੋਹ ਵਿੱਚ ਆ ਗਏ। ਕਹਿੰਦੇ ਹੋਵੇਂ ਸਿੱਖਾਂ ਦਾ ਰਾਜਾ ਤੇ ਤੈਨੂੰ ਗੁਰਬਾਣੀ ਨਾ ਪੜ੍ਹਨੀ ਆਉਂਦੀ ਹੋਵੇ। ਇਹ ਸ਼ਬਦ ਕਹੇ ਸੇਵਾ ਪੰਥੀਆਂ ਦੇ ਇਤਿਹਾਸ ਵਿੱਚ ਲਿਖੇ, ਭਾਈ ਵੀਰ ਸਿੰਘ ਨੇ ਦਰਜ ਕੀਤੇ ਇਹ ਸ਼ਬਦ। ਸਿੱਖਾਂ ਦਾ ਰਾਜਾ ਹੋਵੇ, ਤੈਨੂੰ ਗੁਰਬਾਣੀ ਨਾ ਪੜ੍ਹਨੀ ਆਉਂਦੀ ਹੋਵੇ। ਜਲਾਲ ਵਿੱਚ ਆ ਗਏ ਤੇ ਮਹਾਰਾਜਾ ਜੀ ਬੜੇ ਨਿਮਰਤਾ ਵਾਲੇ ਸੀ, ਹੱਥ ਜੋੜ ਕੇ ਕਹਿੰਦੇ, ਮਹਾਂਪੁਰਖੋ ਕਿਰਪਾ ਕਰ ਦਿਓ, ਗੁਰਬਾਣੀ ਪੜ੍ਹਨੀ ਆ ਜਾਵੇ। ਇਹ ਸ਼ਬਦ ਕਹੇ। ਤੇ ਸਾਧ ਸੰਗਤ ਜੀ, ਜਿਹੜੇ ਉਹ ਸ਼ਬਦ ਕਹੇ ਸਨ, ਮੈਂ ਅਨਪੜ੍ਹ, ਮੈਨੂੰ ਪੜ੍ਹਨਾ ਨਹੀਂ ਆਉਂਦਾ। ਤੇ ਮਹਾਂਪੁਰਖਾਂ ਕੋਲ ਜੁਗਤੀਆਂ ਹੁੰਦੀਆਂ ਸਾਧ ਸੰਗਤ ਜੀ। ਇੱਕ ਨਾ ਮਹਾਂਪੁਰਖ ਹੋਏ ਨੇ ਬਾਬਾ ਮਿੱਤ ਸਿੰਘ ਜੀ, ਗਿਆਨੀ ਜੀ ਸ਼ਬਦ ਵਰਤ ਰਹੇ ਸਨ। ਕਹਿੰਦੇ ਸਾਡਾ ਮਨ ਜਿਹੜਾ ਕੋਠੀਆਂ ਕਾਰਾਂ ਦੇ ਵਿੱਚ ਲੱਗਦਾ, ਗੁਰਬਾਣੀ ਵਿੱਚ ਨਹੀਂ ਲੱਗਦਾ। ਇਹ ਸੱਚੀ ਗੱਲ ਨਹੀਂ ਲੱਗਦਾ। ਜਦੋਂ ਪੜ੍ਹਨ ਬਈਏ ਨਾ ਗੁਰਬਾਣੀ, ਉਦੋਂ ਪਤਾ ਲੱਗਦਾ ਮਨ ਦੀ ਹਾਲਤ ਕੀ ਹੈ। ਉਦਾਂ ਤੇ ਬੰਦਾ ਭੁਲੇਖਿਆਂ ਵਿੱਚ ਇੱਧਰ ਉੱਧਰ ਭਰਮਾਂ ਵਿੱਚ ਹੀ ਤੁਰਿਆ ਫਿਰਦਾ, ਪਤਾ ਹੀ ਨਹੀਂ ਲੱਗਦਾ। ਜਦੋਂ ਟਿਕਦਾ ਥੋੜਾ ਜਿਹਾ ਪੜ੍ਹਨ ਲੱਗਦਾ, ਉਦੋਂ ਪਤਾ ਲੱਗਦਾ ਮਨ ਦੀ ਹਾਲਤ ਕੀ ਹੈ। ਤੇ ਉਹ ਮਹਾਂਪੁਰਖ ਬਾਬਾ ਮਿੱਤ ਸਿੰਘ ਜੀ ਹਜੂਰ ਸਾਹਿਬ ਹੋਏ ਨੇ ਮਾਤਾ ਸਾਹਿਬ ਕੌਰ ਦੇ ਸਥਾਨ ਤੇ, ਬੜੀ ਬੰਦਗੀ ਉਹਨਾਂ ਦੀ। ਤੇ ਸਾਧ ਸੰਗਤ ਜੀ, ਇੱਕ ਪੰਜਾਬ ਵਿੱਚੋਂ ਬਜ਼ੁਰਗ ਗਿਆ ਉਹਨਾਂ ਦੇ ਕੋਲ ਤੇ ਉਹਨਾਂ ਮਹਾਂਪੁਰਖਾਂ ਕੋਲ ਜਾ ਕੇ ਕਹਿੰਦਾ, ਮਹਾਂਪੁਰਖੋ ਜਿਹੜਾ ਸਾਡਾ ਸਵਾਲ ਸਾਧ ਸੰਗਤ ਜੀ, ਮਹਾਂਪੁਰਖੋ ਮਨ ਨਹੀਂ ਗੁਰਬਾਣੀ ਵਿੱਚ ਲੱਗਦਾ, ਮਨ ਟਿਕਦਾ ਨਹੀਂ। ਤੇ ਅੱਗੋਂ ਮਹਾਂਪੁਰਖ ਸਹਿਜ ਨਾਲ ਕਹਿੰਦੇ ਨੇ, ਭਾਈ ਮੋਹ ਛੱਡ ਦਿਓ। ਇੰਨਾ ਹੀ ਸ਼ਬਦ ਕਿਹਾ। ਹੁਣ ਮਹਾਂਪੁਰਖਾਂ ਕੋਲ ਜੁਗਤੀਆਂ, ਉਹਨਾਂ ਦਾ ਇੱਕ ਸ਼ਬਦ ਹੀ ਜਿਹੜਾ ਉਹ ਕੰਮ ਕਰ ਜਾਂਦਾ ਹੈ। ਕਹਿੰਦੇ ਭਾਈ ਮੋਹ ਛੱਡ ਦਿਓ। ਉਹ ਬਜ਼ੁਰਗ ਕਹਿੰਦਾ, ਮਹਾਂਪੁਰਖੋ ਅਦਾੜਾ ਚਿੱਟਾ ਹੋ ਗਿਆ, ਕੇਸ ਚਿੱਟੇ ਹੋ ਗਏ ਨੇ, ਗਿੱਟੇ ਗੋਡੇ ਵੀ ਕੰਮ ਨਹੀਂ ਕਰਦੇ, ਹੁਣ ਤੁਰਿਆ ਵੀ ਔਖਾ ਹੀ ਜਾਂਦਾ। ਤੇ ਤੁਸੀਂ ਕਹਿੰਦੇ ਹੋ ਮੋਹ, ਹੁਣ ਤੇ ਸਾਰਾ ਕੁਝ ਹੰਢਾ ਲਿਆ, ਹੁਣ ਕਾਹਦਾ ਮੋਹ। ਤੇ ਸਾਧ ਸੰਗਤ ਜੀ, ਇੱਕ ਗੱਲ ਚੇਤੇ ਰੱਖਿਓ, ਕਦੇ ਇਹ ਨਾ ਸੋਚਿਓ ਕਿ ਆ ਸਰੀਰਕ ਅਵਸਥਾ ਉਮਰ ਜਿਹੜੀ ਆ ਇਹ ਬੁਢੇਪੇ ਵਿੱਚ ਚਲੇਗੀ ਤੇ ਬੰਦਾ ਇਹਦਾ ਜੀਵਨ ਵੀ ਇੱਦਾਂ, ਮਨ ਵੀ ਚਿੱਟਾ ਹੋ ਗਿਆ ਹੋਵੇਗਾ ਜਿੱਦਾਂ ਦਾੜਾ ਚਿੱਟਾ ਹੋ ਗਿਆ। ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸ਼ਬਦ ਆ, ਕਹਿੰਦੇ ਪੁੰਡਰ ਕੇਸ ਕੁਸਮ ਤੇ ਧੌਲੇ, ਸਬਤ ਪਾਤਾਲ ਕੀ ਬਾਣੀ। ਇਹਦੇ ਅਰਥ ਨੇ ਕੇਸ ਚਿੱਟੇ ਹੋ ਗਏ ਤੇ ਜਦੋਂ ਬੋਲਦਾ ਗਲੇ ਵਿੱਚੋਂ ਆਵਾਜ਼ ਐ ਆਉਂਦੀ ਜਿੱਦਾਂ ਸੱਤਾਂ ਪਤਾਲਾਂ ਤੋਂ ਬੋਲਦਾ ਹੋਵੇ। ਤੇ ਅੱਗੇ ਕਹਿੰਦੇ ਨੇ ਲੋਚਨ ਸਰਮੈ, ਅੱਖਾਂ ਵਿੱਚੋਂ ਪਾਣੀ ਵਗਦਾ ਰਹਿੰਦਾ। ਇਹ ਬੁਢੇਪੇ ਦੀ ਅਵਸਥਾ, ਅੱਖਾਂ ਵਿੱਚੋਂ ਪਾਣੀ ਵਗਦਾ ਰਹਿੰਦਾ। ਲੋਚਨ ਸਰਮੈ ਹੈ, ਬੁੱਧ ਬਲ ਨਾਠੀ, ਬੁੱਧੀ ਵੀ ਚਲੇਗੀ, ਬਲ ਬੁੱਧੀ ਦਾ ਖਤਮ ਹੋ ਗਿਆ, ਸਰੀਰ ਦਾ ਬਲ ਵੀ ਗਿਆ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਸ਼ਨਾ ਨੇ ਛੱਡਿਆ ਨਹੀਂ। ਸਰੀਰ ਬੁੱਢਾ ਜ਼ਰੂਰ ਹੋ ਗਿਆ,
केस जरूर चिट्टे हो गए ने, आवाज़ जरूर गले विचों माहा निकलती है, मुश्किल नाल निकलती है, पर सच्चे पातशाह जी कहते पुंडर केस कुसम ते धौले सब्त पाताल की बाणी, लोचन श्रमै बुद्ध बल नाठी ता काम पवस मधाणी। काम की मधाणी अंदर उदा ही पई हुई, ये उस तरह ही पई हुई। तो वह बजुर्ग कहता महापुरखो हुण ते शरीर बुढ़ा हो गया, हुण काहदी वासना, हुण काहदा मोह। तो महापुरख खामोश हो गए, चुप हो गए। तो थोड़े समय बाद कहते ने बाबा जी तुसी बजुर्गो इत्थे रह जाओ, साडे कोल रह जाओ, इत्थे बंदगी करिया करो, परमेश्वर का नाम जपिया करो, तुहाडा ते मोह ही नहीं किते। ते अगों बापू कहता बाबा जी दो मझां रखियां, उन्होंने पट्ठे पाउणे पैंदे ने। ते महापुरख हस पे कहते बाबा जी बापू जी तुसी ते कहते मोह किते नहीं। ये मैं बेनती करा सच्ची गल ये है, जिथे मोह होवेगा मन ने उत्थे ही जाना जी। जिथे मोह होवेगा ना, जिहदे नाल पकड़ होवेगी, माया ना पकड़ ते माया दे पिछे पिछे भजेगा, जे शरीर नाल पकड़िया तो शरीर दे पिछे पिछे भजेगा। जिहड़ी चीज़ की पकड़ है अंदर मोह है, मन उधर ही जावेगा। तो साध संगत जी मन की हालत यह है, मन टिकदा नहीं। तो महाराजा साहब वो महापुरख खामोश हो गए थोड़ा चिर। बाबा दुख भंजन जी सेवा पंथी सन, इन्हां महापुरखों ने रागी मनसा सिंह नूं हरमंदर साहिब दे विच कीर्तन करन ते लाया सी। इन्हां महापुरखों ने बाबा दुख भंजन जी ने सेवा पंथी। तो महाराजा साहब ने कहा सी शब्द मैं अनपढ़ मैनूं पढ़ना नहीं आउंदा। ते राज दे विच किन्ने हाथी घोड़े
ਖੰਭਾਂ ਦੇ ਨਾਲ ਹੀ ਗੱਲ ਬਣਨੀ। ਸਾਧ ਸੰਗਤ ਜੀ, ਇੱਕ ਪੰਡਤ ਨਿਹਾਲ ਸਿੰਘ ਨੇ ਦੋਹਰਾ ਲਿਖਿਆ। ਆਪਾਂ ਕਹਿੰਦੇ ਆ ਨਾ ਕਈ ਵਾਰੀ ਸਵਾਲ ਹੁੰਦਾ, ਮੈਂ 2-3 ਮਿੰਟਾਂ 'ਚ ਸਮਾਪਤੀ ਕਰਾਂਗਾ। ਉਹਨਾਂ ਦੋਹਰਾ ਲਿਖਿਆ, ਉਹ ਕਹਿੰਦੇ ਗੁਰਬਾਣੀ ਕਿੱਦਾਂ ਪੜ੍ਹਨੀ। ਸਵਾਲ ਹੁੰਦਾ ਗੁਰਬਾਣੀ ਕਿੱਦਾਂ ਪੜ੍ਹਨੀ ਚਾਹੀਦੀ। ਤੇ ਸਾਧ ਸੰਗਤ ਜੀ, ਸਾਨੂੰ ਧਿਆਨ ਨਾਲ ਪੜ੍ਹਨੀ ਚਾਹੀਦੀ ਹੈ ਜੋ ਵਿਦਵਾਨਾਂ ਨੇ ਲਿਖਿਆ ਨਾ, ਜਿੱਦਾਂ ਮਹਾਂਪੁਰਖ ਸਿਖਾਇਆ ਕਰਦੇ ਨੇ। ਹੁਣ ਮਹਾਂਪੁਰਖ ਸਤਿਕਾਰ ਕਰਦੇ ਨੇ, ਜੇ ਤੁਸੀਂ ਆਖੋ ਇੱਧਰ ਉੱਧਰ ਸਤਿਕਾਰ ਤੇ ਨਹੀਂ ਜੇ ਲੱਭਣਾ। ਇਹ ਗੁਰਮੁਖਾਂ ਕੋਲ ਜਿਹੜੇ ਪੜ੍ਹਦੇ ਉਹਨਾਂ ਹੀ ਸਤਿਕਾਰ ਕਰਨਾ, ਜਿਹੜੇ ਪੜ੍ਹਦੇ ਉਹਨਾਂ ਪੜ੍ਹਦੇ ਹੀ ਨਹੀਂ ਉਹਨਾਂ ਕੀ ਸਤਿਕਾਰ ਕਰਨਾ ਬਈ। ਤੇ ਮਹਾਂਪੁਰਖਾਂ ਕੋਲੋਂ ਸਤਿਕਾਰ ਸਿੱਖਦੇ ਆ। ਤੇ ਸਾਧ ਸੰਗਤ ਜੀ, ਇੱਕ ਨਿਹਾਲ ਸਿੰਘ ਬੜੇ ਵੱਡੇ ਮਹਾਂਪੁਰਖ ਹੋਏ ਨੇ। ਕਾਹਨ ਸਿੰਘ ਨਾਭਾ ਨੇ ਗੁਰਮਤਿ ਮਾਰਤੰਡ ਲਿਖਿਆ। ਉਹਦੇ ਵਿੱਚ ਜਦੋਂ ਗੁਰਬਾਣੀ ਦਾ ਆ ਨਾ ਚੈਪਟਰ, ਤੇ ਉੱਥੇ ਉਹਨਾਂ ਨੇ ਉਹ ਦੋਹਰਾ ਕਵਿਤ ਜਿਹੜਾ ਉਹਨਾਂ ਦਾ ਦਰਜ ਕੀਤਾ। ਉਹ ਕਵਿਤ ਕੀ ਹੈ? ਉਹਨਾਂ ਬਾਣੀ ਪੜ੍ਹਨੀ ਸਿਖਾਈ, ਕਿੱਦਾਂ ਬਾਣੀ ਪੜ੍ਹਨੀ ਚਾਹੀਦੀ। ਤੇ ਸਾਧ ਸੰਗਤ ਜੀ ਲਿਖਿਆ, ਕਹਿੰਦੇ ਅੰਨ ਕੋ ਬੰਦੇਜ ਬਾਂਧ, ਆਸਨ ਕੋ ਵਿਛਾਏ ਲੇਫ। ਤੇ ਅੱਗੇ ਲਿਖਿਆ ਗਾਤ ਕੋ ਅਲੋਲ ਸੋਧ, ਏਕ ਚਾਲ ਕੀਜੀਏ। ਇਹਦੇ ਅਰਥ ਇਹ ਨੇ ਕਿ ਜਿੰਨੇ ਗੁਰਬਾਣੀ ਪੜ੍ਹਨੀ ਉਹਨੂੰ ਅੰਨ 'ਤੇ ਕੰਟਰੋਲ ਕਰਨਾ ਪੈਣਾ। ਜੇ ਅੰਨ ਜ਼ਿਆਦਾ ਛਕ ਕੇ ਬਹੇਗਾ, ਪ੍ਰਸ਼ਾਦਾ ਪਾਣੀ ਜ਼ਿਆਦਾ ਛਕ ਕੇ ਬਹੇਗਾ ਤੇ ਬੈਠਾ ਨਹੀਂ ਜਾਏਗਾ। ਤੇ ਦੂਜੀ ਗੱਲ, ਨੀਂਦ ਆਵੇਗੀ। ਤੇ ਜੇ ਗੁਰਬਾਣੀ ਪੜ੍ਹਨੀ ਆ ਸਿੱਖਾ, ਤੇ ਫਿਰ ਸਰੀਰ ਨੂੰ ਸਿੱਧਾ ਰੱਖ ਕੇ ਚੌਂਕੜਾ ਮਾਰ ਕੇ ਬਹਿ ਤੇ ਪਾਠ ਕਰਦੇ ਆ। ਸਾਧ ਸੰਗਤ ਜੀ, ਅੱਜ ਵੇਨੇ ਅੱਜ ਨਾ ਜਿਹੜਾ ਬਹੁਤੀਆਂ ਟਾਰਾਂ ਲਾਵੇ ਨਾ, ਹੇਕਾਂ ਉੱਚੀਆਂ ਉੱਚੀਆਂ, ਕਹਿੰਦੇ ਬੜਾ ਸੋਹਣਾ ਪਾਠ ਕਰਦਾ। ਇਹ ਗੁਰਬਾਣੀ ਟਾਰਾਂ ਦਾ ਵਿਸ਼ਾ ਨਹੀਂ। ਕਵੀਸ਼ਰ ਸਿੰਘਾਂ ਨੇ ਪਿੱਛੇ ਬੈਠੇ, ਉਹਨਾਂ ਨੇ ਇਹ ਹੇਕਾਂ ਲਾਉਣੀਆਂ ਨੇ ਗੁਰਬਾਣੀ ਵਿੱਚ, ਗ੍ਰੰਥੀ ਸਿੰਘਾਂ ਨੇ ਹੇਕਾਂ ਨਹੀਂ ਲਾਉਣੀਆਂ। ਤੇ ਉਹ ਵਿਦਵਾਨ ਲਿਖਦਾ, ਕਹਿੰਦੇ ਏਕ ਚਾਲ ਕੀਜੀਏ, ਇੱਕ ਚਾਲ ਗੁਰਬਾਣੀ ਪੜ੍ਹਨੀ ਹੈ। ਅਗਲੇ ਸ਼ਬਦ ਨੇ, ਉਹ ਕਹਿੰਦੇ ਚਿੱਤ ਕੋ ਨਿਰੋਧ ਕੇ, ਸਾਰੇ ਪਾਸਿਆਂ ਤੋਂ ਚਿੱਤ ਨੂੰ ਇੱਕ ਥਾਂ ਤੇ ਟਿਕਾ। ਗੁਰਬਾਣੀ ਪੜ੍ਹਨ ਲੱਗਾ ਤੇ ਗੁਰਬਾਣੀ ਵਿੱਚ ਟਿਕਾ। ਚਿੱਤ ਕੋ ਨਿਰੋਧ ਕੇ, ਪ੍ਰਬੋਧ ਕੇ ਪ੍ਰਕਾਸ਼ ਪ੍ਰੇਮ। ਕਹਿੰਦੇ ਪ੍ਰਬੋਧ ਮਾਨੇ ਹੁੰਦਾ ਗਿਆਨ ਤੇਰੇ ਅੰਦਰ ਹੋਣਾ ਚਾਹੀਦਾ ਕਿ ਮੈਂ ਜਿਹੜੀ ਬਾਣੀ ਪੜ੍ਹ ਰਿਹਾ ਆ, ਇਹਦੇ ਨਾਲ ਮੇਰਾ ਪ੍ਰੇਮ ਹੋਣਾ ਚਾਹੀਦਾ। ਜੇ ਪ੍ਰੇਮ ਹੋਵੇਗਾ ਸਾਧ ਸੰਗਤ ਜੀ, ਗੱਲ ਬਣੇਗੀ। ਕਹਿੰਦੇ ਪ੍ਰੇਮ ਨੂੰ ਪ੍ਰਬੋਧ ਕਰਕੇ, ਪ੍ਰਕਾਸ਼ ਕਰਕੇ। ਤੇ ਅਗਲੇ ਸ਼ਬਦ ਲਿਖੇ ਗਾਦੀ ਨਾ ਵਿਛਾਏ। ਇਹ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੀਵੇਂ ਰਹਿ ਜਾਣ ਤੇ ਤੇਰੀ ਗੱਦੀ ਉੱਚੀ ਹੋ ਜੇ। ਬਾਣੀ ਪੜ੍ਹਨ ਲੱਗਾ ਧਿਆਨ ਦੇਣਾ। ਗਾਦੀ ਨਾ ਵਿਛਾਏ, ਨਾ ਪ੍ਰਿਅੰਕ ਹਾਥ ਦੀਜੀਏ। ਪਲੰਗੇ ਨੂੰ ਹੱਥ ਨਹੀਂ ਲਾਉਣੇ। ਕਈ ਵੇਖੇ ਨਾ, ਉਹ ਹੱਥ ਰੱਖ ਕੇ ਉੱਤੇ ਢਾਸਣਾ ਲਾ ਕੇ ਬੈਠੇ ਹੋਣਗੇ ਗੁਰਬਾਣੀ ਪੜ੍ਹਨ। ਕਈ ਵੇਖੇ ਨੇ। ਤੇ ਕਈ ਇਦਾਂ ਕਰਕੇ ਬੈਠੇ ਹੋਣਗੇ ਟੌਰ ਨਾਲ ਕਿ ਅਸੀਂ ਗੁਰਬਾਣੀ ਪੜ੍ਹ ਰਹੇ। ਤੇ ਸਾਧ ਸੰਗਤ ਜੀ, ਉਹ ਵਿਦਵਾਨ ਲਿਖਦਾ, ਕਹਿੰਦੇ ਪ੍ਰੇਮ ਨਾਲ ਪੜ੍ਹੋ। ਤੇ ਦੂਜੀ ਗੱਲ, ਪਲੰਗੇ ਨੂੰ ਹੱਥ ਨਹੀਂ ਲਾਉਣਾ। ਤੇ ਤੀਜੀ ਗੱਲ ਕੀ ਆ? ਉਹ ਕਹਿੰਦਾ ਖਾਂਸੀ, ਕ੍ਰੋਧ ਵਾਰਤਾ। ਇਹ ਨਾ ਹੋਵੇ ਲੜਕੇ ਆ ਕੇ ਤੇ ਆਖੇ ਮੈਂ 2 ਘੰਟੇ ਡਿਊਟੀ ਲਾਉਣੀ ਆ, ਕ੍ਰੋਧ ਵਿੱਚ ਬੈਠਾ ਹੀ ਡਿਊਟੀ ਕੱਢ ਜਾਵੇ। ਕ੍ਰੋਧ ਨਹੀਂ ਧਾਰਨ ਕਰਨਾ। ਖਾਂਸੀ ਖੰਘਣਾ ਨਹੀਂ, ਖਾਂਸੀ ਕ੍ਰੋਧ ਵਾਰਤਾ, ਗੱਲਾਂ ਨਹੀਂ ਕਰਨੀਆਂ ਗੁਰਬਾਣੀ ਪੜ੍ਹਦੇ ਆ। ਤੇ ਅੱਗੇ ਕੀ ਕਰਨਾ ਹੈ? ਕਹਿੰਦੇ ਜੰਭਾਈ। ਜੰਭਾਈ ਦਾ ਅਰਥ ਹੁੰਦਾ ਵਾਸੀਆਂ ਲੈਣੀਆਂ, ਵਾਸੀਆਂ ਹੀ ਨਹੀਂ ਲਈ ਜਾਣੀਆਂ। ਤੇ ਅਗਲੇ ਸ਼ਬਦ ਨੇ, ਉਹ ਕਹਿੰਦਾ ਜੰਭਾਈ ਔਰ ਡਕਾਰ ਸ਼ੀਕ ਨਾ ਕੀਜੀਏ। ਐ ਡਕਾਰ ਨਹੀਂ ਲੈਣੇ, ਕਈ ਡਕਾਰ ਮਾਰਨਗੇ ਉੱਚੀ ਉੱਚੀ। ਤੇ ਛਿੱਕਾਂ ਨਹੀਂ ਮਾਰਨੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ। ਤੇ ਅਗਲੇ ਸ਼ਬਦ ਲਿਖੇ ਵਿਦਵਾਨ ਨੇ, ਕਹਿੰਦਾ ਹੱਸੀ ਨਹੀਂ ਜਾਣਾ। ਕਈ ਵੇਖੇ ਗੁਰਬਾਣੀ ਪੜ੍ਹਦੇ ਹੋ, ਬਾਹਰੋਂ ਕੋਈ ਆ ਜਾਏ ਤੇ ਉਹਨੂੰ ਵੇਖ ਕੇ ਹੱਸਣ ਲੱਗ ਪਣ। ਕਹਿੰਦੇ ਹੱਸਣਾ ਨਹੀਂ। ਮੰਦ ਪਾਉਣ, ਤੇਰੇ ਸਰੀਰ ਚੋਂ ਮੰਦੀ ਪਾਉਣ ਨਹੀਂ ਜਾਣੀ ਚਾਹੀਦੀ। ਮੰਦ ਪਾਉਣ, ਥੂਕ ਨਾ ਕਰੀਜੀਏ। ਥੁੱਕਣਾ ਨਹੀਂ ਉੱਥੇ ਬੈਠਿਆਂ ਨੇ। ਤੇ ਕਹਿੰਦੇ ਏਕ ਅਕਾਲ ਸੋ ਚਿੱਤ ਧਿਆਨ ਲਾਏ, ਗੁਰੂ ਗ੍ਰੰਥ ਸਾਹਿਬ ਕੋ ਪਾਠ ਐਸੀ ਭਾਂਤ ਕੀਜੀਏ। ਸਿੱਖਾ ਇਦਾਂ ਗੁਰਬਾਣੀ ਪੜ੍ਹ। ਜੇ ਇਹਨਾਂ ਪ੍ਰੇਮ ਨਾਲ ਪੜ੍ਹੇਗਾ ਤੇ ਗੁਰੂ ਸਾਹਿਬ ਜੀ ਪ੍ਰਸੰਨ ਹੋਣਗੇ, ਤੇਰੇ ਤੇ ਮਿਹਰ ਕਰਨਗੇ। ਜਿਨ੍ਹਾਂ ਦੇ ਅੰਦਰ ਨਦਰ ਕਰਮ, ਜਿਹਦੇ ਉੱਤੇ ਕਿਰਪਾ ਹੋ ਗਈ, ਹਿਰਦੇ ਤਿੰਨਾ ਸਮਾਣੀ, ਉਹਨਾਂ ਦੇ ਹਿਰਦੇ ਵਿੱਚ ਗੁਰਬਾਣੀ ਵਸ ਜਾਏਗੀ। ਜਿੱਦਣ ਗੁਰਬਾਣੀ ਵਸ ਗਈ ਸਾਧ ਸੰਗਤ ਜੀ, ਆ ਸ਼ਹੀਦਾਂ ਸਿੰਘਾਂ ਦੇ ਇਤਿਹਾਸ ਪੜ੍ਹਦੇ ਆ ਨਾ, ਇਹ ਜਿੰਨੇ ਵੀ ਸ਼ਹੀਦ ਹੋਏ ਨੇ ਸਾਧ ਸੰਗਤ ਜੀ, ਕਿਸੇ ਦੇ ਇਤਿਹਾਸ ਵਿੱਚ ਇਹ ਨਹੀਂ ਪੜ੍ਹੋਗੇ ਕਿ ਆਹ ਸਿੱਖ ਬਾਣੀ ਨਹੀਂ ਸੀ ਪੜ੍ਹਦਾ। ਹਰ ਇੱਕ ਸਿੱਖ ਬਾਣੀ ਜਿਹਦੀ ਬੁਨਿਆਦ ਗੁਰਬਾਣੀ ਹੈ,
ਉਹਦਾ ਹੀ ਕਲਸ ਸ਼ਹੀਦੀ ਹੈ, ਜਿਹਦੇ ਕੋਲ ਗੁਰਬਾਣੀ ਨਹੀਂ ਉਹਨੇ ਸ਼ਹੀਦੀ ਕੀ ਦੇਣੀ ਪਈ। ਸੋ ਸਾਧ ਸੰਗਤ ਜੀ, ਇਤਨੇ ਇੱਕ ਬਚਨ ਬੇਨਤੀਆਂ ਪ੍ਰਵਾਨ ਕਰਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਹਿਰਦੇ ਵਿੱਚ ਗੁਰਬਾਣੀ ਵਸੇ, ਗੁਰਬਾਣੀ ਨਾਲ ਪ੍ਰੇਮ ਬਣੇ। ਸਤਿਕਾਰਯੋਗ ਮਹਾਂਪੁਰਖਾਂ ਦਾ ਸੰਤ ਬਾਬਾ ਸ਼ਿੰਦਰ ਸਿੰਘ ਜੀ, ਜੋ ਇਸ ਸਥਾਨ ਤੇ ਮਹਾਂਪੁਰਖ ਨੇ, ਜਿਨ੍ਹਾਂ ਦੇ ਕੋਲ ਦਾਸ ਨੇ ਰਹਿ ਕਰਕੇ ਵਿਦਿਆ ਪ੍ਰਾਪਤ ਕੀਤੀ ਹੈ, ਬਹੁਤ ਬਹੁਤ ਧੰਨਵਾਦ, ਤਹਿ ਦਿਲ ਤੋਂ ਧੰਨਵਾਦ। ਜਥੇਦਾਰ ਸਾਹਿਬ ਪਿੱਛੇ ਬੈਠੇ ਭਾਈ ਗੁਲਜ਼ਾਰ ਸਿੰਘ ਜੀ ਇਤਿਆਦਿਕ ਸਭ ਦਾ ਹੀ ਧੰਨਵਾਦ। ਸਤਿਕਾਰਯੋਗ ਗਿਆਨੀ ਆਤਮਾ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਵੱਧ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਪਿਆਰ ਸਹਿਤ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਬਲਜੀਤ ਸਿੰਘ ਜੀ, ਜੋ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਪਾਤਸ਼ਾਹੀ ਛੇਵੀਂ ਨਗਰ ਪੱਧਰੀ ਵਿਖੇ ਮਹਾਂਪੁਰਸ਼ਾਂ ਦੀ ਆਗਿਆ ਵਿੱਚ ਰਹਿ ਕੇ ਗੁਰਬਾਣੀ ਕਥਾ, ਗੁਰ ਇਤਿਹਾਸ ਦੀ ਕਥਾ ਗੁਰੂ ਸੰਗਤ ਨੂੰ ਸਰਵਣ ਕਰਾਉਂਦੇ ਨੇ। ਗੁਰਮਤਿ ਕਾਲਜ ਦੇ ਵਿੱਚ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਧਾਰਨ ਕਰਾਉਂਦੇ ਨੇ। ਬਹੁਤ ਬਹੁਤ ਧੰਨਵਾਦ। ਪਿਆਰ ਸਹਿਤ ਗੁਰੂ ਕੇ ਬਾਣੀ ਦੇ ਗੁਰਮਤਿ ਦੇ ਬਚਨ, ਸਿੱਖ ਦਾ ਜੀਵਨ ਕੈਸਾ ਹੋਣਾ ਚਾਹੀਦਾ, ਉਸ ਸੰਬੰਧ ਵਿੱਚ ਵਿਚਾਰ ਰੱਖੇ ਨੇ। ਮੈਂ ਬੇਨਤੀ ਕਰਾਂਗਾ ਬਾਪੂ ਸਵਰਨ ਸਿੰਘ ਜੀ ਹੋਣਾ ਨੂੰ ਕਿ ਆਪ ਜੀ 9:15 ਵਜੇ ਤੱਕ ਕਵੀਸ਼ਰੀ ਰਾਹੀਂ ਗੁਰੂ ਕੀ ਸੰਗਤ ਦੀ ਸੇਵਾ ਕਰੋ। ਤੁਹਾਡੇ ਕੋਲ ਖਜ਼ਾਨਾ ਤਾਂ ਇੰਨਾ ਹੈ ਕਿ ਕਈ ਘੰਟੇ ਵੀ ਤੁਹਾਨੂੰ ਸੁਣੀਏ ਤੇ ਤਾਂ ਵੀ ਥੋੜ੍ਹੇ ਲੱਗਦੇ ਨੇ। ਇਹ ਬਜ਼ੁਰਗ ਨੇ, ਪਰ ਜਦੋਂ ਬੋਲਣਗੇ ਤੁਸੀਂ ਵੇਖੋਗੇ ਕਿ ਨੌਜਵਾਨਾਂ ਨੂੰ ਠੱਲ ਪਾਉਂਦੇ